ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਖੇਦ ਕਰੈ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ। ਪਰਮ ਸਨਮਾਨਯੋਗ ਸਤ ਸੰਗੀ ਜਨੋ, ਸਾਰਿਆਂ ਨੂੰ ਗੁਰੂ ਬਖਸ਼ੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 7 ਕੁ ਸਾਲ ਦੇ ਹੋਏ ਤਾਂ ਪਿਤਾ ਕਲਿਆਣ ਚੰਦ ਜੀ ਨੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਨਾ ਚਾਹਿਆ। ਉਸ ਸਮੇਂ ਪਾਂਧਾ ਪੰਡਿਤ ਗੋਪਾਲ ਦਾਸ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇ ਸਨ। ਪਿਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਪੰਡਿਤ ਗੋਪਾਲ ਦਾਸ ਦੇ ਕੋਲ ਪੜ੍ਹਨੇ ਪਾ ਦਿੱਤਾ। ਗੁਰੂ ਸਾਹਿਬ ਨਾਲ ਦੇ ਬੱਚਿਆਂ ਦੇ ਨਾਲ ਹੀ ਦੇਵਨਾਗਰੀ ਵਰਣਮਾਲਾ ਸਿੱਖਣ ਲੱਗੇ। ਸਤ ਸੰਗੀ ਜਨੋ, ਉਦੋਂ ਦੇਵਨਾਗਰੀ ਭਾਸ਼ਾ ਪ੍ਰਚਲਿਤ ਸੀ। ਇਸ ਕਰਕੇ ਉਸ ਸਮੇਂ ਦੇ ਜਿੰਨੇ ਵੀ ਗ੍ਰੰਥ ਲਿਖੇ ਗਏ ਤਕਰੀਬਨ ਸਾਰੇ ਦੇਵਨਾਗਰੀ ਭਾਸ਼ਾ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੇ ਮਿਲਦੇ ਹਨ। ਜਿਹੜੇ ਅੱਖਰ, ਜਿਹੜਾ ਸਬਕ ਨਾਲ ਦੇ ਬੱਚਿਆਂ ਨੂੰ ਕਈ ਵਾਰ ਦੱਸਣ 'ਤੇ ਵੀ ਕਈ ਦਿਨ ਯਾਦ ਨਹੀਂ ਸੀ ਹੁੰਦਾ, ਉਹ ਪਾਠ, ਉਹ ਸਬਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਝੱਟ ਹੀ ਯਾਦ ਕਰ ਲੈਂਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਾਰਾ ਕੁਝ ਵੇਖ ਕੇ ਪੰਡਿਤ ਗੋਪਾਲ ਦਾਸ ਬਹੁਤ ਹੀ ਪ੍ਰਭਾਵਿਤ ਹੋਏ। ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਂਧੇ ਗੋਪਾਲ ਦਾਸ ਨੂੰ ਸਵਾਲ ਕੀਤਾ ਕਿ ਪੰਡਿਤ ਜੀ, ਵਰਣਮਾਲਾ ਦੇ ਜਿਹੜੇ ਅੱਖਰ ਤੁਸੀਂ ਸਿਖਾ ਰਹੇ ਹੋ, ਮੈਨੂੰ ਨਾਲ ਨਾਲ ਇਹਨਾਂ ਅੱਖਰਾਂ ਦਾ ਮਤਲਬ ਵੀ ਦੱਸ ਦਿਓ। ਇਹ ਗੱਲ ਸੁਣ ਕੇ ਪੰਡਿਤ ਗੋਪਾਲ ਦਾਸ ਪਾਂਧਾ ਹੈਰਾਨ ਹੋ ਗਏ ਤੇ ਸੋਚਣ ਲੱਗੇ ਕਿ ਇਹੋ ਜਿਹਾ ਸਵਾਲ ਕਦੇ ਕਿਸੇ ਹੋਰ ਬੱਚੇ ਨੇ ਤਾਂ ਕੀਤਾ ਹੀ ਨਹੀਂ। ਪੰਡਿਤ ਜੀ ਕਹਿੰਦੇ, ਨਾਨਕ, ਇਹ ਤਾਂ ਕੇਵਲ ਅੱਖਰ ਮਾਤਰ ਹੀ ਹੈ। ਇਹਨਾਂ ਅੱਖਰਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਸਿਰਫ ਆਵਾਜ਼ ਬਣਦੀ ਹੈ। ਜੋ ਵੀ ਅਸੀਂ ਗੱਲਬਾਤ ਕਰਦੇ ਹਾਂ ਉਹ ਇਹਨਾਂ ਅੱਖਰਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਹੀ ਬਣਦੀ ਹੈ। ਹਾਂ, ਜੇਕਰ ਤੁਹਾਨੂੰ ਵਰਣਮਾਲਾ ਦੇ ਅੱਖਰਾਂ ਦੇ ਮਤਲਬ ਦਾ ਪਤਾ ਹੈ ਤਾਂ ਤੁਸੀਂ ਮੈਨੂੰ ਵੀ ਦੱਸ ਦਿਓ। ਉਸ ਸਮੇਂ ਗੁਰੂ ਸਾਹਿਬ ਨੇ ਕੱਕਾ ਅੱਖਰ ਦਾ ਉਚਾਰਨ ਕੀਤਾ ਤੇ ਆਖਿਆ, ਕੱਕਾ ਕੇਸ ਪੁੰਡਰ ਜਬ ਹੁਏ, ਵਿਣ ਸਾਬੂਣੈ ਉਜਲਿਆ।
जम राजे के हेरू आए, माया कै संगल बंद लिया। ਕੱਕਾ ਅੱਖਰ ਦਾ ਮਤਲਬ ਗੁਰੂ ਸਾਹਿਬ ਦੱਸਦੇ ਹਨ, ਜਦੋਂ ਸਾਬਣ ਲਾਉਣ ਤੋਂ ਬਿਨਾਂ ਹੀ ਕੇਸ ਵਾਲ ਚਿੱਟੇ ਦਿਸਣ ਲੱਗ ਜਾਣ ਅਤੇ ਜਮ ਰਾਜੇ ਦੇ ਭੇਜੇ ਹੋਏ ਦੂਤ ਆ ਖਲੋਣ ਤੇ ਇੱਧਰ ਜੀਵ ਨੂੰ ਅਜੇ ਵੀ ਮਾਇਆ ਦੇ ਮੋਹ ਦੇ ਸੰਗਲ ਨੇ ਬੰਨ ਰੱਖਿਆ ਹੋਵੇ। ਸਤ ਸੰਗੀ ਜਨੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 432 ਅੰਗ ਤੇ ਇਹ ਸ਼ਬਦ ਸੁਸ਼ੋਭਿਤ ਹੈ। ਪੰਡਤ ਗੋਪਾਲ ਦਾਸ ਪਾਂਧਾ ਜੀ ਹੈਰਾਨ ਹੋ ਕੇ ਕਹਿੰਦੇ, ਨਾਨਕ ਕੀ ਤੂੰ ਸਾਰੀ ਵਰਣਮਾਲਾ ਦੇ ਅੱਖਰਾਂ ਦਾ ਮਤਲਬ ਜਾਣਦਾ ਹੈ? ਗੁਰੂ ਸਾਹਿਬ ਕਹਿੰਦੇ, ਹਾਂ ਜੀ ਪੰਡਤ ਜੀ, ਮੈਂ ਤੁਹਾਨੂੰ ਸਾਰੇ ਅੱਖਰਾਂ ਦਾ ਆਤਮਿਕ ਮਤਲਬ ਦੱਸ ਸਕਦਾ ਹਾਂ ਕਿ ਇਹ ਸਾਨੂੰ ਕੀ ਗਿਆਨ ਦੇਣਾ ਚਾਹੁੰਦੇ ਹਨ। ਪਾਂਧੇ ਦੇ ਕਹਿਣ ਤੇ ਗੁਰੂ ਸਾਹਿਬ ਨੇ ਸਾਰੀ ਵਰਣਮਾਲਾ ਦੇ ਆਤਮਿਕ ਮਤਲਬ ਕਰਕੇ ਦੱਸ ਦਿੱਤੇ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 432 ਅੰਗ ਤੇ ਸੁਸ਼ੋਭਿਤ ਹੈ। ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪੰਡਤ ਜੀ ਗੁਰੂ ਸਾਹਿਬ ਵੱਲੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਗੁਰੂ ਸਾਹਿਬ ਨੂੰ ਪੁੱਛਿਆ, ਪੁੱਤਰ ਇਹ ਤੂੰ ਸਭ ਕੁਝ ਕਿੱਥੋਂ ਸਿੱਖਿਆ ਹੈ? ਤਦ ਗੁਰੂ ਸਾਹਿਬ ਚੁੱਪਚਾਪ ਬੈਠੇ ਰਹੇ। ਪੰਡਤ ਜੀ ਨੇ ਇੱਕ ਵਾਰ ਫਿਰ ਪੁੱਛਿਆ, ਪੁੱਤਰ ਨਾਨਕ ਇਹ ਸਭ ਸਿੱਖਿਆ ਤੂੰ ਕਿੱਥੋਂ ਲਈ ਹੈ? ਗੁਰੂ ਸਾਹਿਬ ਕੁਝ ਨਹੀਂ ਬੋਲੇ। ਪੰਡਤ ਜੀ ਕਹਿੰਦੇ, ਚੱਲ ਠੀਕ ਹੈ, ਤੂੰ ਕੱਲ ਆਪਣੇ ਪਿਤਾ ਨੂੰ ਨਾਲ ਲੈ ਕੇ ਆਵੀਂ। ਸਤ ਸੰਗੀ ਜਨੋ, ਜਦੋਂ ਅਗਲੇ ਦਿਨ ਪਿਤਾ ਕਲਿਆਣ ਚੰਦ ਪੰਡਤ ਜੀ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਪਿਤਾ ਜੀ ਦਾ ਬਹੁਤ ਜ਼ਿਆਦਾ ਆਦਰ ਮਾਣ ਕੀਤਾ, ਸਵਾਗਤ ਕੀਤਾ ਤੇ ਆਖਿਆ, ਕਲਿਆਣ ਚੰਦ ਜੀ, ਤੁਹਾਡਾ ਹੋਣਹਾਰ ਪੁੱਤਰ ਮੇਰੇ ਕੋਲ ਪੜ੍ਹ ਰਿਹਾ ਹੈ। ਮੈਂ ਇਸ ਗੱਲ ਤੇ ਬੜਾ ਮਾਣ ਮਹਿਸੂਸ ਕਰਦਾ ਹਾਂ, ਪਰ ਮੇਰੀ ਤੁਹਾਨੂੰ ਇੱਕ ਰਾਏ ਹੈ ਕਿ ਇਸ ਨੂੰ ਕਿਸੇ ਗਿਆਨੀ ਪੁਰਸ਼ ਕੋਲੋਂ ਸਿੱਖਿਆ ਦਵਾਈ ਜਾਵੇ, ਕਿਉਂਕਿ ਇਹ ਬਹੁਤ ਉੱਚੀ ਕੁਦਰਤ ਦਾ, ਬਹੁਤ ਹੀ ਉੱਚੀ ਸੋਚ ਦਾ ਸੁਆਮੀ ਹੈ। ਲੇਕਿਨ ਮਹਿਤਾ ਕਾਲੂ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨੂੰ ਤੁਸੀਂ ਹੀ ਪੜ੍ਹਾਓ। ਪੰਡਤ ਜੀ ਨੂੰ ਗੱਲ ਮੰਨਣੀ ਪਈ। ਬਸ ਉਸ ਦਿਨ ਤੋਂ ਪੰਡਤ ਗੋਪਾਲ ਦਾਸ ਅਤੇ ਗੁਰੂ ਸਾਹਿਬ ਦੇ ਵਿੱਚ ਅਧਿਆਪਕ ਵਿਦਿਆਰਥੀ ਵਾਲਾ ਰਿਸ਼ਤਾ ਖਤਮ ਹੋ ਗਿਆ। ਦੋਸਤੀ ਅਤੇ ਸਮਾਨਤਾ ਦੇ ਨਾਤੇ ਨੇ ਨਵਾਂ ਜਨਮ ਲੈ ਲਿਆ। ਦੋਨੋਂ ਦੋਸਤਾਂ ਵਾਂਗ ਰਹਿਣ ਲੱਗ ਪਏ। ਗੁਰੂ ਸਾਹਿਬ ਅਤੇ ਪੰਡਤ ਗੋਪਾਲ ਦਾਸ ਹਰ ਰੋਜ਼ ਆਤਮਿਕ ਚਰਚਾ ਕਰਦੇ। 10 ਸਾਲ ਦੀ ਉਮਰ ਹੁੰਦਿਆਂ ਗੁਰੂ ਸਾਹਿਬ ਨੇ ਪੰਡਤ ਗੋਪਾਲ ਦਾਸ ਕੋਲੋਂ ਸਾਰੀ ਵਿਦਿਆ ਪ੍ਰਾਪਤ ਕਰ ਲਈ ਸੀ। ਪਾਠਸ਼ਾਲਾ ਵਿੱਚ ਜੋ ਸਿੱਖਿਆ ਕਈ ਸਾਲਾਂ ਦੇ ਵਿੱਚ ਪੂਰੀ ਹੋਣੀ ਸੀ, ਗੁਰੂ ਸਾਹਿਬ ਨੇ ਉਹ ਸਿੱਖਿਆ 3 ਸਾਲਾਂ ਦੇ ਵਿੱਚ ਹੀ ਪੂਰੀ ਕਰ ਲਈ ਸੀ। ਇਸ ਤੋਂ ਅੱਗੇ ਸੰਸਕ੍ਰਿਤ ਭਾਸ਼ਾ ਪੜ੍ਹਨ ਵਾਸਤੇ
ਗੁਰੂ ਸਾਹਿਬ ਨੂੰ ਪੰਡਤ ਬ੍ਰਿਜਲਾਲ ਦੇ ਕੋਲ ਪੜ੍ਹਨੇ ਪਾਇਆ ਗਿਆ। 2 ਸਾਲ ਤੋਂ ਵੀ ਘੱਟ ਸਮੇਂ ਵਿੱਚ ਗੁਰੂ ਸਾਹਿਬ ਨੇ ਸਾਰੇ ਗ੍ਰੰਥਾਂ ਦੀ ਪੜ੍ਹਾਈ ਕਰ ਲਈ। ਪੰਡਤ ਬ੍ਰਿਜਲਾਲ ਬਹੁਤ ਖੁਸ਼ ਹੋਏ, ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦੇ ਬਾਰੇ ਪੰਡਤ ਗੋਪਾਲ ਦਾਸ ਅਤੇ ਪੰਡਤ ਹਰਦਿਆਲ ਦਾਸ ਤੋਂ ਸਭ ਕੁਝ ਸੁਣਿਆ ਸੀ। ਆਖਣ ਲੱਗੇ, ਇਹ ਬੱਚਾ ਕੋਈ ਮਹਾਨ ਸ਼ਖਸੀਅਤ ਹੈ ਤੇ ਇਹ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇਗਾ। ਸਤ ਸੰਗੀ ਜਨੋ, ਇਹ ਤਾਂ ਇੱਕ ਚੋਜ ਸਨ ਗੁਰੂ ਸਾਹਿਬ ਦੇ। ਉਹਨਾਂ ਨੂੰ ਕਿਹੜਾ ਪੜ੍ਹਾਉਣ ਵਾਲਾ ਸੀ? ਉਹ ਤਾਂ ਆਪ ਲੋਕਾਂ ਨੂੰ ਪੜ੍ਹਾਉਣ ਆਏ ਸੀ, ਭੁੱਲੇ ਭਟਕਿਆਂ ਨੂੰ ਰਾਹ ਪਾਉਣ ਆਏ ਸੀ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਪਰਮਾਤਮਾ ਖੁਦ ਆਪ ਆਏ ਸਨ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ। ਪਰਮਾਤਮਾ ਖੁਦ ਆਪ ਆਏ ਸਨ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੋਈਆਂ ਭੁੱਲਾਂ ਦੀ ਮਾਫੀ। ਜੇ ਸਾਖੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ, ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਕਰ ਲਓ ਜੀ। ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।